ਸੱਜਣੋ ਤੇ ਮਿੱਤਰੋ, ਮੈਂ ਤੁਹਾਡਾ ਆਪਣਾ ਹਕੀਮ ਅਹਿਮਦ ਨਈਮ ਅਰਸ਼ਦ। ਜਿਵੇਂ ਕਿ ਤੁਸੀਂ ਇਹ ਗੱਲ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਅੱਜ ਕੱਲ੍ਹ ਗਰਮੀ ਆਪਣੇ ਪੂਰੇ ਜ਼ੋਰਾਂ 'ਤੇ ਹੈ। ਸੂਰਜ ਇਸ ਤਰ੍ਹਾਂ ਜਿਸ ਤਰ੍ਹਾਂ ਅੱਗ ਵਰ੍ਹਾ ਰਿਹਾ ਹੈ। ਅਤੇ ਜਦੋਂ ਗਰਮੀ ਆਪਣੇ ਜ਼ੋਰਾਂ 'ਤੇ ਹੋਵੇ, ਸੂਰਜ ਅੱਗ ਵਰ੍ਹਾਉਂਦਾ ਹੋਵੇ, ਅਤੇ ਉਦੋਂ ਬੰਦੇ ਨੂੰ ਗਰਮੀ ਦਾ ਲੱਗ ਜਾਣਾ ਆਮ ਜਿਹੀ ਗੱਲ ਹੈ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਗਰਮੀ ਲੱਗਣ ਦੀਆਂ ਅਲਾਮਤ ਕੀ ਹੁੰਦੀਆਂ ਨੇ। ਸਿਰ ਦੇ ਵਿੱਚ ਪੀੜ ਮਹਿਸੂਸ ਹੁੰਦੀ ਹੈ, ਪਸੀਨੇ ਆਉਂਦੇ ਨੇ, ਭੁੱਖ ਬਹੁਤ ਘੱਟ ਲੱਗਦੀ ਹੈ, ਚਿਹਰੇ ਦਾ ਰੰਗ ਪੀਲਾ ਹੋਣਾ ਸ਼ੁਰੂ ਹੋ ਜਾਂਦਾ। ਅੱਲਾ ਨਾ ਕਰੇ ਜੇ ਕਿਸੇ ਨੂੰ ਗਰਮੀ ਲੱਗ ਜਾਏ ਤਾਂ ਸਭ ਤੋਂ ਪਹਿਲੇ ਤਾਂ ਉਹਨੂੰ ਠੰਡੀ ਜਗ੍ਹਾ 'ਤੇ ਮੁੰਤਕਿਲ ਕਰੋ, ਕਮਰੇ 'ਚ ਲੈ ਆਓ, ਉੱਥੇ ਲਿਆ ਕੇ ਉਹਨੂੰ ਉੱਥੇ ਲਿਟਾ ਦੇਣਾ। ਲਿਟਾਉਣ ਤੋਂ ਬਾਅਦ ਉਹਦੇ ਪੈਰ ਆਸਤਾ ਆਸਤਾ ਜਿਹੜਾ ਨਾ ਉੱਤੇ ਨੂੰ ਚੁੱਕਣੇ ਨੇ, ਪੈਰਾਂ ਨੂੰ ਝੱਸਣਾ। ਉਸ ਤੋਂ ਬਾਅਦ ਠੰਡੇ ਪਾਣੀ ਦੀਆਂ ਪੱਟੀਆਂ ਕਰਨੀਆਂ ਨੇ। ਵਕਫੇ ਦੇ ਨਾਲ ਥੋੜ੍ਹਾ ਥੋੜ੍ਹਾ ਨੂੰ ਪਾਣੀ ਤੁਸੀਂ ਪਿਲਾਉਂਦਿਆਂ ਰਹਿਣਾ। ਜਿਸਮ ਨੂੰ ਠੰਡਾ ਰੱਖਣ ਵਾਸਤੇ ਪਾਣੀ ਦੀਆਂ ਪੱਟੀਆਂ ਬਹੁਤ ਹੀ ਜ਼ਰੂਰੀ ਨੇ। ਅਤੇ ਪੱਖੇ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ, ਅਤੇ ਕਿਉਂਕਿ ਲੋਡ ਸ਼ੈਡਿੰਗ ਦਾ ਜ਼ਮਾਨਾ, ਲੋਡ ਸ਼ੈਡਿੰਗ ਦਾ ਦੌਰ ਚੱਲ ਰਿਹਾ। ਅਗਰ ਪੱਖਾ ਨਹੀਂ ਅਤੇ ਹੱਥ ਵਾਲੀ ਪੱਖੀ, ਉਹਦੇ ਨਾਲ ਉਹਨੂੰ ਹਵਾ ਦਿਓ ਮਰੀਜ਼ ਨੂੰ, ਕਿਉਂਕਿ ਹਵਾ ਦੀ ਬਹੁਤ ਜ਼ਰੂਰਤ ਹੁੰਦੀ ਹੈ। ਅਗਰ ਪੱਖੀ ਵੀ ਨਹੀਂ ਹੈ, ਕੋਈ ਚੀਜ਼ ਹੈ, ਕੋਈ ਗੱਤਾ ਹੈ, ਕੋਈ ਕਿਤਾਬ ਹੈ, ਕੋਈ ਸ਼ੁਮਾਰ ਹੈ, ਕੋਈ ਚੀਜ਼ ਹੈ, ਉਹਦੇ ਨਾਲ ਉਹਨੂੰ ਹਵਾ ਦੇਣਾ ਬਹੁਤ ਹੀ ਜ਼ਰੂਰੀ ਹੈ। ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਮੁਤਾਸਰਾ ਜਿਹੜਾ ਮਰੀਜ਼ ਹੁੰਦਾ, ਜਿਹਨੂੰ ਗਰਮੀ ਲੱਗਦੀ, ਉਹਨੂੰ ਇਕੱਲਿਆਂ ਨਹੀਂ ਛੱਡਣਾ, ਘਬਰਾਹਟ ਹੁੰਦੀ ਹੈ। ਅਤੇ ਗਰਮੀ ਤੋਂ ਬਚਣ ਵਾਸਤੇ ਬਹੁਤ ਸਾਰੀਆਂ ਇਹਤਿਆਤੀ ਤਦਾਬੀਰ ਨੇ, ਜਿਨ੍ਹਾਂ ਵਿੱਚੋਂ ਮੈਂ ਤੁਹਾਨੂੰ ਚੰਦ ਇੱਕ ਦੱਸਾਂਗਾ ਕਿ ਸਭ ਤੋਂ ਪਹਿਲੇ ਤਾਂ ਖੁੱਲ੍ਹੇ ਅਤੇ ਹਵਾਦਾਰ ਕੱਪੜੇ ਪਾਓ। ਉਸ ਤੋਂ ਬਾਅਦ ਇੱਕ ਜਿਹੜੀ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇੰਨੀ ਸ਼ਦੀਦ ਧੁੱਪ ਦੇ ਵਿੱਚ ਅਗਰ ਕੋਈ ਬਹੁਤ ਜ਼ਰੂਰੀ ਕੰਮ ਹੈ ਤਾਂ ਘਰੋਂ ਬਾਹਰ ਨਿਕਲੋ, ਨਹੀਂ ਤਾਂ ਘਰ ਰਹੋ। ਐਵੇਂ ਬਾਰ ਕਦੀ ਬਾਜ਼ਾਰ, ਕਦੀ ਇੱਧਰ ਕਦੀ ਉੱਧਰ ਫਿਰਨ ਦੀ ਕੋਈ ਜ਼ਰੂਰਤ ਨਹੀਂ। ਘਰ ਰਹੋ। ਸਿਹਤ ਹੈ ਅਤੇ ਸਭ ਕੁਝ ਹੈ। ਆਪਣੀ ਸਿਹਤ ਤੋਂ ਚੰਗੀ ਕੋਈ ਸ਼ੈ ਨਹੀਂ ਹੈ। ਸਿਹਤ ਹੈ ਅਤੇ ਸਾਰੇ ਕੰਮ ਹੋ ਜਾਣਗੇ। ਅਗਰ ਕੋਈ ਜ਼ਰੂਰੀ ਕੰਮ ਹੈ ਤਾਂ ਫਿਰ ਤੁਸੀਂ ਘਰ ਜਾਓ। ਇਸ ਤੋਂ ਇਲਾਵਾ ਤੁਸੀਂ ਘਰੋਂ ਬਾਹਰ ਨਹੀਂ ਨਿਕਲਣਾ। ਫਿਰ ਵਰਜ਼ਸ਼ ਦੇ ਸ਼ੌਕੀਨ ਜਿਹੜੇ ਅਫਰਾਦ ਨੇ, ਵਰਜ਼ਸ਼ ਬਹੁਤ ਹੀ ਅੱਛੀ ਚੀਜ਼ ਹੈ, ਕਰਨੀ ਚਾਹੀਦੀ ਹੈ, ਲੇਕਿਨ ਇਹਨਾਂ ਦਿਨਾਂ 'ਚ ਬਹੁਤ ਘੱਟ ਮੁਨਾਸਬ ਵਰਜ਼ਸ਼ ਕਰੋ। ਉਸ ਤੋਂ ਬਾਅਦ ਗਰਮੀ ਨੂੰ ਘਟਾਉਣ ਵਾਸਤੇ ਸਭ ਤੋਂ ਚੰਗੀ ਚੀਜ਼ ਕੀ ਹੈ? ਸਕੰਜਬੀ, ਜਿਹਨੂੰ ਅਸੀਂ ਕਹਿੰਦੇ ਹਾਂ, ਸਕੰਜਬੀਨ ਵੀ ਕਹਿ ਸਕਦੇ ਹੋ, ਲੀਮੂ ਪਾਣੀ ਵੀ ਕਹਿੰਦੇ ਹੋ। ਉਹ ਬੜੀ ਹੀ ਚੰਗੀ ਸ਼ੈ ਹੈ। ਲੇਕਿਨ ਕਿਉਂਕਿ ਅੱਜ ਕੱਲ੍ਹ ਲੀਮੂ ਬਹੁਤ ਜ਼ਿਆਦਾ ਮਹਿੰਗਾ ਵਿਕ ਰਿਹਾ ਅਤੇ ਆਮ ਬੰਦੇ ਦੀ ਜਿਹੜੀ ਹੈ ਨਾ ਉਹ ਦਸਤਰਸ ਦੇ ਵਿੱਚ ਨਹੀਂ ਹੈ, ਆਮ ਬੰਦੇ ਦੀ ਪਹੁੰਚ ਤੋਂ ਦੂਰ ਹੈ। ਫਾਲਸਾ ਮਿਲ ਜਾਂਦਾ, ਫਾਲਸੇ ਦਾ ਸ਼ਰਬਤ ਬਣਾ ਕੇ ਪੀਵੋ। ਉਸ ਤੋਂ ਇਲਾਵਾ ਤੁਸੀਂ ਆਲੂ ਬੁਖਾਰੇ ਦਾ ਸ਼ਰਬਤ ਬਣਾ ਕੇ ਪੀ ਸਕਦੇ ਹੋ। ਫਿਰ ਤੁਸੀਂ ਘਰ ਦੇ ਵਿੱਚ ਖੰਡ ਤਾਂ ਹਰ ਘਰ 'ਚ ਮੌਜੂਦ ਹੁੰਦੀ ਹੈ, ਸ਼ੱਕਰ ਵੀ ਤਕਰੀਬਨ ਮੌਜੂਦ ਹੁੰਦੀ ਹੈ। ਸ਼ੱਕਰ ਦਾ ਸ਼ਰਬਤ ਬਣਾ ਕੇ ਉਹਦੇ ਵਿੱਚ ਤੁਸੀਂ ਤੁਖ ਮਲੰਗਾ ਸੁੱਟੋ, ਨਾਲ ਥੋੜ੍ਹਾ ਜਿਹਾ ਗੁੰਦ ਕਤੀਰਾ ਪਾਓ, ਉਹ ਬਣਾ ਕੇ ਪੀਵੋ। ਅਤੇ ਉਹ ਵੀ ਨਾ ਲੱਭੇ ਸਾਦਾ ਪਾਣੀ ਤਾਂ ਹੈ, ਸਾਦਾ ਪਾਣੀ ਪੀਓ ਰੱਜ ਕੇ। ਅਤੇ ਸ਼ਰਬਤ ਬਜ਼ੂਰੀ ਕਿਸੇ ਅੱਛੀ ਜਿਹੜੀ ਹੈ ਨਾ ਉਹ ਅੱਛੇ ਦਵਾਖਾਨੇ ਦਾ ਉਹ ਲਵੋ। ਮੈਂ ਫਿਰ ਕਿਸੇ ਵੇਲੇ ਆ ਕੇ ਤੁਹਾਨੂੰ ਸ਼ਰਬਤ ਬਜ਼ੂਰੀ ਘਰ ਵਿੱਚ ਬਣਾਉਣ ਦਾ ਜਿਹੜਾ ਨਾ ਉਹ ਤਰੀਕਾ ਵੀ ਦੱਸ ਦੇਵਾਂਗਾ। ਉਹ ਤੁਸੀਂ ਘਰ 'ਚ ਬਣਾਓ, ਸ਼ਰਬਤ ਬਜ਼ੂਰੀ ਬਣਾਓ, ਸ਼ਰਬਤ ਸੰਦਲ ਬਣਾਓ ਅਤੇ ਆਪਣੇ ਘਰ ਬਣਾ ਕੇ ਅਤੇ ਉਹਨੂੰ ਪੀਓ। ਗਰਮੀਆਂ ਵਾਸਤੇ ਬਹੁਤ ਹੀ ਅੱਛੀ ਚੀਜ਼ ਨੇ, ਗਰਮੀ ਦਾ ਤੋੜ ਨੇ। ਫਿਰ ਇਸ ਤੋਂ ਇਲਾਵਾ ਹੋਰ ਜਿਹੜੀ ਸਭ ਤੋਂ ਅਹਿਮ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ ਉਹ ਇਹ ਹੈ ਕਿ ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਇਸ ਸ਼ਦੀਦ ਕਿਸਮ ਦੀ ਧੁੱਪ, ਇਸ ਸ਼ਦੀਦ ਕਿਸਮ ਦੀ ਗਰਮੀ ਤੋਂ ਬਚਣ, ਉਹਦੇ ਵਾਸਤੇ ਸਾਨੂੰ ਚਾਹੀਦਾ ਹੈ ਕਿ ਪੂਰੀ ਧਰਤੀ ਨੂੰ ਹਰਾ ਭਰਾ ਕਰ ਦਈਏ। ਹਰਾ ਭਰਾ ਕਿੰਝ ਹੋਵੇਗੀ ਕਿ ਅਸੀਂ ਹਰ ਬੰਦਾ ਆਪਣੇ ਆਪਣੇ ਹਿੱਸੇ ਦੇ ਦਰਖਤ ਲਾਵੇ। 100 ਦਰਖਤ ਲਾਉਣ ਦੇ ਦਾਅਵੇ ਨਾਲੋਂ ਅਮਲੀ ਤੌਰ 'ਤੇ ਇੱਕ ਦਰਖਤ ਲਾਇਆ ਦਾ